ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 15ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਬੋਲੇ ਸਾਚ ਮਿਥਿਆ ਨਹੀਂ ਰਾਈ, ਚਾਲੇ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸਰਣਾਈ, ਸਚ ਕਰ ਬੈਸੇ ਕਾਲ ਨ ਜੋਹੇ, ਮਨ ਮੁਖ ਕਿਉ ਆਵਤ ਜਾਵਤ ਦੁਖ ਮੋਹੇ ਰਹਾਓ, ਅਪਿਓ ਪੀਓ ਅਕਥ ਕਥ ਕਹੀ ਰਹੀਏ, ਨਿਜ ਕਰ ਬੈਸ ਸਹਿਜ ਕਰ ਲਈਏ, ਹਰ ਰਸ ਮਾਤੇ ਇਹ ਸੁਖ ਕਹੀਏ, ਗੁਰਮਤਿ ਚਾਲ ਨਹਿ ਚਲ ਨਹੀਂ ਡੋਲੇ, ਗੁਰਮਤਿ ਸਾਚ ਸਹਿਜ ਹਰ ਬੋਲੇ, ਪੀਵੇ ਅੰਮ੍ਰਿਤ ਤਤ ਬਰੋਲੇ, ਸਤਿਗੁਰ ਦੇਖਿਆ ਦੀਖਿਆ ਲੀਨੀ, ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ, ਗਤ ਮਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸੱਚ ਜੋਤ ਅਪਾਰ, ਜੈ ਦੇਖਿਓ ਤੈ ਏਕੰਕਾਰ, ਰਹੇ ਨਿਰਾਲਮ ਏਕਾ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਨੀ, ਮਨ ਤੇ ਮਨ ਮਾਨਿਆ ਚੂਕੀ ਐ ਭ੍ਰਮਣੀ, ਇਨ ਬਿਧ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨ ਭਾਰਿਆ, ਸਾਚ ਮਹਿਲ ਗੁਰ ਅਲਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਸਾਚ ਸੰਤੋਖੇ ਭਰਮ ਚੁਕਾਇਆ, ਜਿਨਕੇ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਿਲ ਖੋਈ, ਜਿਨਕੇ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਲ ਖੋਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖ ਜੀ ਪਰਮੇਸ਼ਰ ਦੇ ਹੁਕਮ ਅਤੇ ਰਜਾ ਵਿੱਚ ਚੱਲਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਜੀ ਸੱਚ ਬੋਲਦੇ ਹਨ ਜੀ, ਅਤੇ ਰਾਈ ਜਿੰਨਾ ਵੀ ਭਾਰ ਰੱਤੀ ਭਰ ਵੀ ਝੂਠ ਨਹੀਂ ਬੋਲਦੇ ਜੀ, ਕਿਉਂਕਿ ਉਹਨਾਂ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੱਚ ਸਮਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਮਾਇਆ ਦੇ ਪ੍ਰਭਾਵ ਤੋਂ ਵੀ ਰਹਿਤ ਉਸ ਸੱਚੇ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਂ ਰੂਪ ਸ਼ਰਨ ਵਿੱਚ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਉਹ ਗੁਰਮੁਖ ਸਦਾ ਸੱਚ ਘਰ ਸੱਚੇ ਘਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰਹਿੰਦੇ ਹਨ ਜੀ, ਅਤੇ ਉਹਨਾਂ ਨੂੰ ਮੌਤ ਦਾ ਡਰ ਭਾਵ ਕਾਲ ਨਹੀਂ ਸਤਾਉਂਦਾ ਜੀ, ਨਾ ਹੀ ਉਹ ਉੱਧਰ ਧਿਆਨ ਦਿੰਦੇ ਹਨ ਜੀ, ਕਿਉਂਕਿ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਜੀ, ਸੋਝੀ ਹੋ ਜਾਂਦੀ ਹੈ ਜੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਕਿ ਜਨਮ ਮਰਨ ਪਰਮੇਸ਼ਰ ਦਾ ਹੀ ਹੁਕਮ ਹੈ ਜੀ, ਉਸਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰੰਤੂ ਮਨਮੁਖ ਜੀਵ ਮੋਹ ਕਰਕੇ ਮਾਇਆਵੀ ਵਿਕਾਰਾਂ ਕਾਰਨ ਆਵਾਗਮਨ ਦਾ ਦੁੱਖ ਸਹਿੰਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਪੀਂਦੇ ਹਨ ਜੀ, ਅਤੇ ਅਕਥ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਕਥਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਉਹ ਗੁਰਮੁਖ ਆਪਣੇ ਆਤਮਿਕ ਘਰ ਭਾਵ ਸਹਿਜ ਘਰ ਵਿੱਚ ਬੈਠ ਕੇ ਸਹਿਜ ਅਵਸਥਾ ਵਿੱਚ ਸੱਚ ਘਰ ਵਿੱਚ ਬੈਠ ਕੇ ਸੱਚ ਅਵਸਥਾ ਭਾਵ ਸੱਚ ਘਰ ਵਿੱਚ ਆ ਜਾਂਦੇ ਹਨ ਜੀ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ
ਗੁਰਸ਼ਬਦ ਗੁਰਬਾਣੀ ਨਾਮ ਰੂਪ ਹਰ ਵਿੱਚ ਘਰ ਵਿੱਚ ਮਸਤ ਹੋਣ ਤੇ ਹੀ, ਭਾਵ ਉਹਨਾਂ ਦੇ ਅੰਦਰ ਵਸਣ ਤੇ ਹੀ ਇਹ ਸੁੱਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਜੀ, ਅਤੇ ਤਾਂ ਹੀ ਉਹ ਉਸ ਦਾ ਕਥਨ ਕਰ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮਤਿ ਜੀਵਨ ਜੁਗਤ ਸਥਿਰ ਹੈ ਜੀ, ਕਦੀ ਵੀ ਡੋਲਦੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੀ ਮੱਤ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੱਚੇ ਪਰਮੇਸ਼ਰ ਵਿੱਚ ਸਥਿਤ ਹੋ ਕੇ ਗੁਰਮੁਖ ਸਾਧਕ ਸਹਿਜ ਢੰਗ ਨਾਲ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਤਤ ਗਿਆਨਾਂ ਨੂੰ ਫਰੋਲਦਾ ਹੋਇਆ, ਭਾਵ ਵਿਚਾਰ ਕਰਦਾ ਹੋਇਆ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਦਾ ਪਾਨ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਜੀਵ ਨੇ ਸਤਿਗੁਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵੇਖਿਆ ਹੈ ਜੀ, ਭਾਵ ਵੇਖਿਆ ਅਤੇ ਦੇਖਿਆ ਹੈ ਜੀ, ਭਾਵ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਦਰਸ਼ਨ ਹੋ ਗਏ ਹਨ ਜੀ, ਉਸ ਨੂੰ ਮਹਿਸੂਸ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਕਿਉਂਕਿ ਉਹ ਪਰਮੇਸ਼ਰ ਦਾ ਹੀ ਇੱਕ ਅੰਗ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਅੱਗੇ ਆਪਣਾ ਤਨ ਅਤੇ ਮਨ ਭੇਟਾ ਕਰ ਦਿੱਤੇ ਹਨ ਜੀ, ਭਾਵ ਆਪਣੇ ਮਾਇਆਵੀ ਵਿਕਾਰ ਕਾਬੂ 'ਚ ਪਾ ਕੇ ਉਹਨਾਂ ਨੇ ਆਪਣਾ ਆਪ ਪਰਮੇਸ਼ਰ ਅੱਗੇ ਅਰਪਿਤ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਨੇ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਤਮ ਸਰੂਪ ਨੂੰ ਪਛਾਣ ਕੇ ਆਤਮਿਕ ਗਿਆਨ, ਸੁੱਖ ਅਤੇ ਗੁਰਮਤਿ ਦੀ ਮਰਿਆਦਾ ਨੂੰ ਸਮਝ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਵਿਅਕਤੀ ਜੀਵ ਪਰਮੇਸ਼ਰ ਦਾ ਗੁਰਸ਼ਬਦ ਨਾਮ ਹੀ ਉੱਤਮ ਭੋਜਨ ਕਰਕੇ ਖਾਧਾ ਹੈ ਜੀ, ਭਾਵ ਉਹਨਾਂ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਹੀ ਉੱਤਮ ਸ੍ਰੇਸ਼ਟ ਭੋਜਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਪਰਮਹੰਸ ਹਨ ਜੀ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਵਿੱਚ ਸਤ ਸਰੂਪ ਅਪਾਰ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੋਤ ਪ੍ਰਕਾਸ਼ਿਤ ਹੋ ਗਈ ਹੈ ਜੀ, ਪ੍ਰਕਾਸ਼ਿਤ ਹੋ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਜਿੱਥੇ ਵੇਖਦੇ ਹਨ, ਭਾਵ ਉਹ ਜਿਸ ਪਾਸੇ ਨਜ਼ਰ ਮਾਰਦੇ ਹਨ, ਉਹਨਾਂ ਨੂੰ ਹਰ ਪਾਸੇ ਹਰ ਇੱਕ ਦੇ ਅੰਦਰ ਉਹ ਪਰਮੇਸ਼ਰ ਹੀ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਸਭ ਤੋਂ ਨਿਰਲੇਪ ਰਹਿੰਦੇ ਹਨ ਜੀ, ਭਾਵ ਮਾਇਆਵੀ ਵਿਕਾਰਾਂ ਤੋਂ ਦੂਰ ਰਹਿੰਦੇ ਹਨ ਜੀ, ਅਤੇ ਸਤ ਸਰੂਪ ਪਰਮੇਸ਼ਰ ਦੇ ਗੁਰਸ਼ਬਦ ਨਾਮ ਦਾ ਸਿਮਰਨ ਹੀ ਉਹਨਾਂ ਦੀ ਇੱਕੋ ਇੱਕ ਕਰਨੀ ਬਣ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਚਰਨਾਂ ਦੀ ਗੁਰਸ਼ਬਦ ਨਾਮ ਦੀ ਸੇਵਾ ਕਰਕੇ ਉਹਨਾਂ ਨੇ ਪਰਮ ਪਦ ਨੂੰ ਪ੍ਰਾਪਤ ਕਰ ਲਿਆ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਦਾ ਅੰਧਕਾਰਮਈ ਮਨ, ਭਾਵ ਅੰਧਕਾਰਮਈ ਮਨ, ਭਾਵ ਵਿਕਾਰਾਂ ਵਿੱਚ ਫਸਿਆ ਹੋਇਆ ਮਨ, ਪ੍ਰਕਾਸ਼ਮਈ ਮਨ ਦੁਆਰਾ, ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੰਨ ਗਿਆ ਹੈ ਜੀ, ਭਾਵ ਕਾਬੂ ਵਿੱਚ ਆ ਗਿਆ ਹੈ ਜੀ,
ਅਤੇ ਉਹਨਾਂ ਦੀ ਹਉਮੈ ਵਾਲੀ ਭਟਕਣਾ ਖਤਮ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਵਿਧੀ ਭਾਵ ਇਸ ਤਰੀਕੇ ਨਾਲ ਢੰਗ ਨਾਲ ਗੁਰੂ ਦੀ ਸਿੱਖ ਗੁਰਸ਼ਬਦ ਨਾਮ ਨੂੰ ਕਿਸ ਨੇ ਨਹੀਂ ਤਾਰਿਆ, ਕਿਸ ਨੂੰ ਨਹੀਂ ਤਾਰਿਆ ਜੀ। ਭਾਵ ਜਿਨ੍ਹਾਂ ਗੁਰਮੁਖਾਂ ਨੇ ਵੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ, ਉਸ ਘਰ ਵਿੱਚ ਵਸਾਇਆ ਹੈ, ਹਿਰਦੇ ਦੇ ਮਹਿਲ ਵਿੱਚ ਵਸਾਇਆ ਹੈ, ਉਹਨਾਂ ਤੇ ਪਰਮੇਸ਼ਰ ਨੇ ਆਪਣੀ ਮਿਹਰ ਕਿਰਪਾ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੇ ਜਸ ਕਰਨ ਵਾਲੇ ਸੰਤਾਂ ਅਤੇ ਭਗਤਾਂ ਨੂੰ ਇਸ ਭਵ ਸਾਗਰ ਤੋਂ ਪਰਮੇਸ਼ਰ ਨੇ ਪਾਰ ਲੰਘਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਉਹਨਾਂ ਗੁਰਮੁਖਾਂ ਨੇ ਫਿਰ ਕਿਸੇ ਹੋਰ ਦੀ ਭਾਲ ਨਹੀਂ ਕੀਤੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਹਿਰਦੇ ਰੂਪ ਸੱਚੇ ਘਰ ਸੱਚੇ ਮਹਿਲ ਵਿੱਚ ਅਲਖ ਪਰਮੇਸ਼ਰ ਦਾ ਦਰਸ਼ਨ ਕਰਾ ਦਿੱਤਾ ਹੈ ਜੀ। ਅਤੇ ਉਹ ਮਹਿਲ ਭਾਵ ਪਰਮੇਸ਼ਰ ਨਾਲ ਲਿਵ ਲੱਗ ਗਈ ਹੈ ਜੀ। ਅਤੇ ਉਹ ਮਹਿਲ ਰੂਪ ਘਰ ਸਥਿਰ ਹੈ ਜੀ, ਸਦਾ ਰਹਿਣ ਵਾਲਾ ਹੈ ਜੀ। ਅਤੇ ਉੱਥੇ ਹਉਮੈ ਮਾਇਆ ਦੀ ਛਾਇਆ ਤੱਕ ਵੀ ਜਾ ਨਹੀਂ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੱਚੇ ਪਰਮੇਸ਼ਰ ਵਿੱਚ ਗੁਰਸ਼ਬਦ ਨਾਮ ਦੁਆਰਾ ਸੰਤੁਸ਼ਟ ਹੋ ਜਾਣ ਨਾਲ ਸਾਡੇ ਸਾਰੇ ਭਰਮ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੇ ਮਨ ਵਿੱਚ ਉਹ ਸੱਚੇ ਪਰਮੇਸ਼ਰ ਦਾ ਗੁਰਸ਼ਬਦ ਨਾਮ ਵਸ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਦੀ ਸੰਗਤ ਨਾਲ ਹੀ ਗੁਰਮੁਖ ਹੋਈਦਾ ਹੈ ਜੀ। ਭਾਵ ਉਹ ਹੀ ਲਾਹੇਵੰਦ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੱਚੇ ਗੁਰਸ਼ਬਦ ਨਾਮ ਨਾਲ ਹੀ ਮਾਇਆਵੀ ਵਿਕਾਰਾਂ ਦੀ ਮੈਲ ਖਤਮ ਹੁੰਦੀ ਹੈ ਜੀ। ਭਾਵ ਕਾਬੂ ਜਾਂਦੇ ਹਨ ਜੀ। ਮਾਇਆਵੀ ਵਿਕਾਰਾਂ ਦੀ ਮੈਲ ਦੂਰ ਹੁੰਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਪਿਛਲੇ ਸ਼ਬਦ ਵਿੱਚ 14ਵੇਂ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਅਟਲ ਸੱਚਾਈ ਦਾ ਵਰਣਨ ਕੀਤਾ ਸੀ ਕਿ ਜੋ ਪ੍ਰਾਣੀ ਜੀਵ ਜਗਤ ਸੰਸਾਰ ਵਿੱਚ ਪੈਦਾ ਹੁੰਦਾ ਹੈ ਜੀ, ਉਹਨਾਂ ਨੂੰ ਕਾਲ ਰੂਪ ਮੌਤ ਦੇ ਜ਼ਰੂਰ ਆਉਣਾ ਹੈ ਜੀ, ਉਹਨਾਂ ਨੂੰ ਅੜਕੇ ਆਉਣਾ ਹੈ ਜੀ। ਫਿਰ ਪਿਛਲੇ ਸ਼ਬਦ ਦੀਆਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ ਕਿ ਹਿਰਦੇ ਸਾਚ ਵਸੇ ਹਰ ਨਾਏ ਕਾਲ ਨਾ ਜੋ ਸਕੇ ਗੁਣ ਗਾਏ। ਤੇ ਪਰ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਸ ਗੱਲ ਦਾ ਨਿਰਣਾ ਕਰਾ ਰਹੇ ਹਨ ਜੀ ਕਿ ਸੱਚ ਕਰ ਵੈਸੇ ਕਾਲ ਨਾ ਜੋਹੇ। ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੱਚ ਘਰ ਵਿੱਚ ਵਸਣ ਵਾਲੇ ਗੁਰਮੁਖ ਸਦਾ ਸੱਚ ਰੂਪ ਅੰਮ੍ਰਿਤ ਪੀਂਦੇ ਹਨ ਜੀ। ਅਤੇ ਉਹਨਾਂ ਗੁਰਮੁਖਾਂ ਵੱਲ ਕਾਲ ਦੀ ਭੈੜੀ ਨਜ਼ਰ ਨਹੀਂ ਪੈਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦਾ ਜੀਵਨ ਸੱਚਾ ਹੁੰਦਾ ਹੈ ਜੀ। ਅਤੇ ਜੋ ਮਨਮੁਖ ਹਨ ਉਹ ਉਹਨਾਂ ਤੇ ਮੌਤ ਦਾ ਪਰਛਾਵਾਂ ਹਮੇਸ਼ਾ ਪਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖਾਂ ਦੇ ਅੰਦਰ ਸਹਿਜ ਹੁੰਦਾ ਹੈ ਜੀ, ਇਸ ਲਈ ਉਹ ਸਹਿਜ ਵਿਧੀ ਨਾਲ ਗੁਰਸ਼ਬਦ ਗੁਰਬਾਣੀ ਨਾਮ ਦਾ
ਜਾਪ ਕਰਕੇ ਹਮੇਸ਼ਾ ਸੱਚ ਘਰ ਵਿੱਚ ਸਮਾਏ ਰਹਿੰਦੇ ਹਨ, ਸੱਚ ਮਹਿਲ ਵਿੱਚ ਸਮਾਏ ਰਹਿੰਦੇ ਹਨ। ਸੋ ਸਿਧਾਂਤ ਇਹ ਹੈ ਜੀ ਕਿ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਸੱਚ ਸਰੂਪ ਗੁਰਸ਼ਬਦ ਗੁਰਬਾਣੀ ਨਾਮ ਵਸ ਗਏ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਬੈਠ ਕੇ ਗੁਰਸ਼ਬਦ ਨਾਮ ਦਾ ਅਭਿਆਸ ਕਰਨ ਨਾਲ ਗੁਰਮੁਖ ਹੰਸ ਬਣ ਜਾਈਦਾ ਹੈ ਜੀ। ਭਾਵ ਉਹਨਾਂ ਪਵਿੱਤਰ ਹਸਤੀਆਂ ਨਾਲ, ਗੁਰਮੁਖਾਂ ਨਾਲ ਜੁੜ ਕੇ, ਗੁਰਸ਼ਬਦ ਨਾਲ ਜੁੜਨ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ ਜੀ ਅਤੇ ਪਰਮੇਸ਼ਰ ਨਾਲ ਲਿਵ ਲੱਗਦੀ ਹੈ, ਪਰਮੇਸ਼ਰ ਦੀ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੀ ਸੰਗਤ ਵਿੱਚ ਨਿਰਮਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪਣ ਨਾਲ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ ਜੀ। ਭਾਵ ਮਾਇਆਵੀ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ ਜੀ। ਗੁਰਸ਼ਬਦ ਗੁਰਬਾਣੀ ਨਾਮ ਰੂਪ ਸੱਚ ਨੂੰ ਗੁਰੂ ਸਾਹਿਬ ਨੇ ਸੱਚਾ ਮਹਿਲ, ਸੱਚਾ ਘਰ ਦੱਸਿਆ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।